Let us study Science Term 3 Chapter 1 Materials and their properties. Anything that has weight and occupies space is called matter. Matter ਉਹ ਹੁੰਦੀ ਹੈ ਜਿਹਦਾ ਭਾਰ ਹੁੰਦਾ ਤੇ ਜਿਹੜੀ ਇੱਕ ਕਿਸੇ ਵੀ ਜਗ੍ਹਾ ਨੂੰ ਘੇਰਦੀ ਹੈ. Even air is matter because it has weight and occupies space. Everything in the world is matter. ਕਹਿੰਦੇ ਕਿ ਈਵਨ ਹਵਾ ਆ ਜਿਹੜੀ ਉਹ ਵੀ ਸਪੇਸ ਘੇਰਦੀ ਹੈ ਅਤੇ ਉਹਦਾ ਵੀ ਵੇਟ ਹੁੰਦਾ ਆ. ਇਸ ਕਰਕੇ ਇਸ ਸੰਸਾਰ ਦੇ ਵਿੱਚ ਜੋ ਕੁਛ ਵੀ ਹੈਗਾ ਸਾਰਾ ਕੁਛ ਮੈਟਰ ਤੋਂ ਮਿਲ ਕੇ ਬਣਿਆ. ਮੈਟਰ ਐਗਜ਼ਿਸਟ ਇਨ 3 states ਸੋਲਿਡ, ਲਿਕੁਇਡ ਐਂਡ ਗੈਸ. ਕਹਿੰਦੇ ਕਿ ਜੋ ਵੀ ਮਟੀਰੀਅਲ ਹੈ ਮੈਟਰ ਹੈ ਇਹ 3 ਸਟੇਟਸ ਵਿੱਚ ਮਿਲਦਾ ਆ. ਸੋਲਿਡ ਮੀਨਸ ਠੋਸ, ਲਿਕੁਇਡ ਮੀਨਸ ਜਿਵੇਂ ਪਾਣੀ ਵਰਗਾ ਐਂਡ ਗੈਸਿਸ ਮੀਨਸ ਹਵਾ ਵਰਗਾ. ਥਿੰਗਸ ਲਾਈਕ ਵੁੱਡ, ਸਟੋਨ, ਬੁੱਕ ਐਟਸੈਟਰਾ ਆਰ ਸੋਲਿਡਸ. ਵਾਟਰ ਐਂਡ ਆਇਲ ਆਰ ਲਿਕੁਇਡਸ ਐਂਡ ਸਟੀਮ ਐਂਡ ਸਮੋਕ ਆਰ ਗੈਸਿਸ. ਕਹਿੰਦੇ ਕਿ ਜਿੰਨੀਆਂ ਵੀ ਚੀਜ਼ਾਂ ਹਾਰਡ ਹੁੰਦੀਆਂ ਜਿਵੇਂ ਵੁੱਡ ਹੋ ਗਈ, ਲੱਕੜ ਹੋ ਗਈ, ਸਟੋਨ ਹੋ ਗਿਆ, ਇਹ ਸਾਰੇ ਸੋਲਿਡਸ ਹੈ. ਜਿਹੜੀਆਂ ਲਿਕੁਇਡ ਚੀਜ਼ਾਂ ਹੁੰਦੀਆਂ ਜਿਵੇਂ ਆਇਲ ਅਤੇ ਵਾਟਰ ਹੁੰਦਾ ਅਤੇ ਸਮੋਕ ਜਿਵੇਂ ਧੂੰਆਂ ਆ. ਇਸ ਤਰ੍ਹਾਂ ਹੀ ਹੋਰ ਜਿਹੜੀ ਹਵਾ ਆ ਉਹ ਸਾਰੇ ਕੀ ਨੇ ਗੈਸਿਸ. 3 ਸਟੇਟਸ ਦੇ ਵਿੱਚ ਮਿਲਦੀਆਂ ਸੋਲਿਡ, ਲਿਕੁਇਡ ਐਂਡ ਗੈਸਿਸ. ਨੰਬਰ 1 all the matter in the world is made up of teeny particles called the molecules. They are so small that we cannot see them. ਕਹਿਣ ਦਾ ਮਤਲਬ ਇਹ ਕਿ ਜਿੰਨਾ ਵੀ ਜੋ ਵੀ ਦੁਨੀਆ ਦੇ ਵਿੱਚ ਮੈਟਰ ਹੈ ਉਹ ਛੋਟੇ ਤੋਂ ਛੋਟੇ ਪਾਰਟੀਕਲਸ ਤੋਂ ਬਣਿਆ. ਉਹ ਛੋਟੇ ਛੋਟੇ ਪਾਰਟੀਕਲਸ ਨੂੰ ਬੋਲਦੇ ਆ ਮੋਲੀਕਿਊਲਸ. ਉਹ ਬਹੁਤ ਜ਼ਿਆਦਾ ਸਮੋਲ ਹੁੰਦੇ ਕਿ ਈਵਨ ਅਸੀਂ ਉਹਨਾਂ ਨੂੰ ਆਪਣੀ ਅੱਖ ਦੇ ਨਾਲ ਦੇਖ ਵੀ ਨਹੀਂ ਸਕਦੇ. All the molecules that make up the matter are constantly moving. ਅਤੇ ਉਹ ਮੋਲੀਕਿਊਲਸ ਜਿਨ੍ਹਾਂ ਤੋਂ ਮੈਟਰ ਬਣਿਆ ਆ ਉਹ ਲਗਾਤਾਰ ਚੱਲਦੇ ਰਹਿੰਦੇ ਆ. There are vacant spaces between the molecules which we cannot see. ਅਤੇ molecules ਦੇ ਵਿਚਕਾਰ ਥੋੜ੍ਹੀ ਥੋੜ੍ਹੀ vacant space means ਖਾਲੀ ਜਗ੍ਹਾ ਹੁੰਦੀ ਹੈ. The space between the molecules is called intramolecular space. ਅਤੇ ਉਹਨਾਂ ਦੇ ਵਿੱਚ ਜਿਹੜੀ ਸਪੇਸ ਹੁੰਦੀ, ਜਗ੍ਹਾ ਹੁੰਦੀ, ਉਸ ਨੂੰ ਬੋਲਦੇ intramolecular space. A material or a substance is made up of the same kind of molecules. ਅਤੇ ਹਰ ਇੱਕ ਚੀਜ਼ ਸੇਮ ਕਾਇੰਡ ਦੇ ਮੋਲੀਕਿਊਲਸ, ਇੱਕ ਹੀ ਤਰ੍ਹਾਂ ਦੇ ਮੋਲੀਕਿਊਲਸ ਤੋਂ ਮਿਲ ਕੇ ਬਣੀ ਹੁੰਦੀ ਹੈ. ਸੋਲਿਡਸ ਕੀ ਹੁੰਦੇ ਆ? ਇਨ ਅ ਸੋਲਿਡ ਦਾ ਮੋਲੀਕਿਊਲਸ ਆਰ ਪੈਕਡ ਕਲੋਜ਼ਲੀ ਟੂਗੈਦਰ. ਇਹਦੇ ਵਿੱਚ ਜਿਹੜੇ ਮੋਲੀਕਿਊਲਸ ਆ ਬਿਲਕੁਲ ਇੱਕ ਦੂਸਰੇ ਦੇ ਨੇੜੇ ਨੇੜੇ ਕਲੋਜ਼ਲੀ ਪੈਕ ਹੋਏ ਹੁੰਦੇ. ਦੇ ਕੈਨ ਨਾਟ ਮੂਵ ਅਬਾਊਟ ਫਰੀਲੀ. ਈਵਨ ਉਹ ਮੂਵ ਵੀ ਨਹੀਂ ਕਰ ਸਕਦੇ. ਦਾ ਫੋਰਸ ਆਫ ਅਟਰੈਕਸ਼ਨ ਬਿਟਵੀਨ ਦਾ ਮੋਲੀਕਿਊਲਸ ਇਜ਼ ਵੈਰੀ ਗ੍ਰੇਟ. ਅਤੇ ਜਿਹੜੇ ਮੋਲੀਕਿਊਲਸ ਹੈ ਉਹਨਾਂ ਦੇ ਵਿਚਕਾਰ ਫੋਰਸ ਆਫ ਅਟਰੈਕਸ਼ਨ ਬਹੁਤ ਜ਼ਿਆਦਾ ਹੁੰਦਾ. ਮੀਨਸ ਕਿ ਉਹਨਾਂ ਨੇ ਇੱਕ ਦੂਸਰੇ ਨੂੰ ਮਜ਼ਬੂਤੀ ਨਾਲ ਫੜਿਆ ਹੁੰਦਾ. ਸੋਲਿਡਸ ਹੈਵ ਫਿਕਸਡ ਸ਼ੇਪ ਐਂਡ ਵੋਲੀਊਮ. ਇਸ ਕਰਕੇ ਸੋਲਿਡ ਦਾ ਜਿਹੜਾ ਸ਼ੇਪ ਅਤੇ ਵੋਲੀਊਮ ਹੈ ਉਹ ਫਿਕਸ ਹੁੰਦੇ ਆ. ਅੱਗੇ ਹੈਗਾ ਲਿਕੁਇਡਸ. ਲਿਕੁਇਡਸ ਕੀ ਹੁੰਦੇ ਆ? ਦਾ ਮੋਲੀਕਿਊਲਸ ਇਨ ਲਿਕੁਇਡ ਆਰ ਨਾਟ ਪੈਕਡ ਟੂਗੈਦਰ ਸੋ ਕਲੋਜ਼ਲੀ. ਇਹਦੇ ਵਿੱਚ ਜਿਹੜੇ ਮੋਲੀਕਿਊਲਸ ਹੈ ਉਹ ਜ਼ਿਆਦਾ ਕਲੋਜ਼ਲੀ ਪੈਕ ਨਹੀਂ ਹੋਏ ਹੁੰਦੇ. ਦਾ ਫੋਰਸ ਆਫ ਅਟਰੈਕਸ਼ਨ ਬਿਟਵੀਨ ਦਾ ਮੋਲੀਕਿਊਲਸ ਇਜ਼ ਨਾਟ ਸੋ ਸਟਰੋਂਗ. ਅਤੇ ਉਹਨਾਂ ਦੇ ਵਿਚਕਾਰ ਜਿਹੜਾ ਫੋਰਸ ਹੈ, ਫੋਰਸ ਆਫ ਅਟਰੈਕਸ਼ਨ ਜਿਹਨੂੰ ਬੋਲਦੇ ਆ, ਉਹ ਜ਼ਿਆਦਾ ਸਟਰੋਂਗ ਨਹੀਂ ਹੁੰਦਾ. ਇਸ ਕਰਕੇ ਦਾ ਮੋਲੀਕਿਊਲਸ ਆਫ ਲਿਕੁਇਡ ਮੂਵ ਅਬਾਊਟ ਮੋਰ ਫਰੀਲੀ. ਅਤੇ ਉਹ ਫਰੀਲੀ ਮੂਵ ਕਰ ਸਕਦੇ ਆ. ਦਾ ਸਪੇਸਿਸ ਬਿਟਵੀਨ ਦਾ ਮੋਲੀਕਿਊਲਸ ਆਰ ਗ੍ਰੇਟਰ. ਦਿਸ ਮੀਨਸ ਦੈਟ ਲਿਕੁਇਡਸ ਕੈਨ ਫਲੋ. ਉਹਨਾਂ ਦੇ ਵਿਚਕਾਰ ਜਿਹੜਾ ਸਪੇਸ ਹੈ ਉਹ ਜ਼ਿਆਦਾ ਹੁੰਦੀ ਹੈ. ਇਸ ਕਰਕੇ ਉਹ ਈਜ਼ੀਲੀ ਮੂਵ ਕਰ ਸਕਦੇ. ਤਾਂ ਹੀ ਕਰਕੇ ਜਿਹੜੇ ਪਾਣੀ ਅਤੇ ਲਿਕੁਇਡ ਹੈ ਉਹ ਫਲੋ ਕਰਦੇ ਆ. ਦਸ ਲਿਕੁਇਡਸ ਹੈਵ ਨੋ ਫਿਕਸਡ ਸ਼ੇਪ ਬਟ ਹੈਵ ਅ ਡੈਫੀਨਿਟ ਵੋਲੀਊਮ. ਇਸੇ ਕਰਕੇ ਉਹਨਾਂ ਦੀ ਕੋਈ ਫਿਕਸ ਸ਼ੇਪ ਨਹੀਂ ਹੁੰਦੀ. ਉਹਨਾਂ ਨੂੰ ਜਿਸ ਤਰ੍ਹਾਂ ਦੇ ਭਾਂਡੇ ਵਿੱਚ ਪਾਈਏ ਉਸੇ ਤਰ੍ਹਾਂ ਦੀ ਸ਼ੇਪ ਬਣ ਜਾਂਦੀ ਹੈ, ਬਟ ਉਹਨਾਂ ਦਾ ਵੋਲੀਊਮ ਫਿਕਸ ਹੁੰਦਾ ਹੈ. ਗੈਸਿਸ. ਗੈਸਿਸ ਕੈਨ ਨਾਟ ਬੀ ਹੈਲਡ ਇਨ ਹੈਂਡ. ਕਹਿੰਦਾ ਕਿ ਅਸੀਂ ਗੈਸਿਸ ਨੂੰ ਹਵਾ ਵਿੱਚ ਹੱਥ ਵਿੱਚ ਫੜ ਨਹੀਂ ਸਕਦੇ. ਵੈਨ ਅ ਬੈਲੂਨ ਇਜ਼ ਫਿਲਡ ਅਪ ਵਿਦ ਏਅਰ ਇਟ ਆਕੂਪਾਈਜ਼ ਦਾ ਸਪੇਸ ਇਨਸਾਈਡ ਦਾ ਬੈਲੂਨ. ਕਹਿੰਦਾ ਜਦੋਂ ਅਸੀਂ ਬੈਲੂਨ ਦੇ ਵਿੱਚ ਹਵਾ ਨੂੰ ਭਰਦੇ ਹਾਂ ਉਦੋਂ ਸਾਨੂੰ ਮਹਿਸੂਸ ਹੁੰਦਾ ਕਿ ਹਵਾ ਹੈ ਅਤੇ ਉਹ ਸਪੇਸ ਆਕੂਪਾਈ ਕਰ ਰਹੀ ਹੈ. ਆਕੂਪਾਈ ਕਰਨਾ ਹੁੰਦਾ ਕਿ ਉਹਦੀ ਜਗ੍ਹਾ ਲੈ ਰਹੀ ਹੈ.
When a bottle of perfume is opened in one corner of a room, the smell reaches you in other corner. ਕਹਿੰਦਾ ਹੁਣ ਅਸੀਂ ਜੇਕਰ ਪਰਫਿਊਮ ਵਾਲੀ ਬੋਟਲ ਨੂੰ ਇੱਕ ਕਮਰੇ ਦੇ ਇੱਕ ਕੋਨੇ 'ਚ ਖੋਲੀਏ ਤੇ ਉਹਦੀ ਸਮੈਲ ਦੂਸਰੇ ਕੋਨੇ 'ਚ ਵੀ ਚਲੇ ਜਾਂਦੀ ਹੈ। ਗੈਸਿਸ ਹੈਵ ਨੀਦਰ ਅ ਡੈਫੀਨਿਟ ਸ਼ੇਪ ਔਰ ਅ ਡੈਫੀਨਿਟ ਵੋਲੀਅਮ। ਜਿਹੜੀਆਂ ਗੈਸਿਸ ਹੈ ਉਹਨਾਂ ਦੀ ਨਾ ਤਾਂ ਡੈਫੀਨਿਟ ਸ਼ੇਪ ਹੁੰਦੀ ਤੇ ਨਾ ਹੀ ਵੋਲੀਅਮ ਹੁੰਦਾ। ਦੇ ਆਕੂਪਾਈ ਦਾ ਹੋਲ ਸਪੇਸ ਆਫ ਦਾ ਕੰਟੇਨਰਸ ਇਨ ਵਿਚ ਦੇ ਆਰ ਕੈਪਟ। ਅਤੇ ਉਹਨਾਂ ਨੂੰ ਜਿਸ ਤਰ੍ਹਾਂ ਦੇ ਕੰਟੇਨਰ 'ਚ ਰੱਖਿਆ ਜਾਵੇ ਉਹ ਪੂਰੇ ਦਾ ਪੂਰਾ ਉਸ ਨੂੰ ਘੇਰ ਲੈਂਦੇ ਆ। ਇਫ ਅ ਗੈਸ ਕੰਟੇਨਰ ਇਜ਼ ਓਪਨਡ ਦਾ ਗੈਸ ਮਾਲੀਕਿਊਲ ਵਿਲ ਐਸਕੇਪ ਐਂਡ ਮਿਕਸ ਵਿਦ ਦ ਮਾਲੀਕਿਊਲਸ ਆਫ ਦਾ ਏਅਰ ਆਊਟਸਾਈਡ। ਅਤੇ ਜੇਕਰ ਉਸ ਕੰਟੇਨਰ ਦਾ ਢੱਕਣ ਖੁੱਲ੍ਹਾ ਹੋਵੇ ਤਾਂ ਜਿਹੜੀਆਂ ਗੈਸਿਸ ਹੈ ਬਾਹਰ ਨਿਕਲ ਕੇ ਇਹ ਹਵਾ ਦੇ ਵਿੱਚ ਚਲੇ ਜਾਂਦੀਆਂ ਆ। ਵੀ ਕੈਨ ਦੈਨ ਸਮੈਲ ਦਾ ਗੈਸ। ਇਸੇ ਕਰਕੇ ਜਦੋਂ ਰੂਮ ਦੇ ਇੱਕ ਕਾਰਨਰ 'ਤੇ ਅਸੀਂ ਪਰਫਿਊਮ ਦੀ ਬਾਟਲ ਖੋਲ੍ਹਦੇ ਹਾਂ ਅਤੇ ਦੂਸਰੇ ਪਾਸੇ ਵੀ ਸਾਨੂੰ ਉਹਦੀ ਸਮੈਲ ਆ ਜਾਂਦੀ ਹੈ, ਕਿਉਂਕਿ ਜਿਹੜੀਆਂ ਗੈਸਿਸ ਹੈ ਉਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਮੂਵ ਕਰਦੀਆਂ ਰਹਿੰਦੀਆਂ। ਮਟੀਰੀਅਲਸ ਆਰ ਮੇਡ ਅਪ ਆਫ ਮੈਟਰ। ਵੈਨ ਟੂ ਔਰ ਮੋਰ ਮਟੀਰੀਅਲਸ ਆਰ ਮਿਕਸਡ ਟੂਗੈਦਰ ਦੇ ਫੋਰਮ ਅ ਮਿਕਸਚਰ। ਹੁਣ ਸਾਨੂੰ ਪਤਾ ਚੱਲ ਗਿਆ ਕਿ ਮਟੀਰੀਅਲ ਸਾਰੇ ਹੀ ਮਟੀਰੀਅਲ ਜਿਹੜੇ ਆ ਉਹ ਮੈਟਰ ਦੇ ਬਣੇ ਹੋਏ ਆ। ਅਤੇ ਜਿਹੜੀ ਜੋ ਵੀ ਮਿਕਸਚਰ ਹੈ, ਮਿਕਸਚਰ ਕੀ ਹੈ ਕਿ ਜਦੋਂ ਦੋ ਤੋਂ ਜ਼ਿਆਦਾ ਜਿਹੜੇ ਮਟੀਰੀਅਲ ਹੈ ਉਹਨਾਂ ਨੂੰ ਮਿਕਸ ਕਰਕੇ ਇੱਕ ਚੀਜ਼ ਬਣਾਈ ਜਾਵੇ, ਦੈਟ ਇਜ਼ ਮਿਕਸਚਰ। ਐਕਟੀਵਿਟੀ 1, ਟੇਕ ਸਮ ਵਾਟਰ ਇਨ ਅ ਬੀਕਰ। ਇੱਕ ਬੀਕਰ ਵਿੱਚ ਥੋੜ੍ਹਾ ਜਿਹਾ ਪਾਣੀ ਲਓ। ਐਡ ਅ ਟੀ ਸਪੂਨ ਫੁੱਲ ਆਫ ਸ਼ੂਗਰ ਟੂ ਇਟ ਐਂਡ ਸਟਿਰ ਇਟ ਵੈਲ ਵਿਦ ਦ ਸਪੂਨ। ਇਹਦੇ ਵਿੱਚ ਥੋੜ੍ਹਾ ਜਿਹਾ ਖੰਡ ਲਓ ਅਤੇ ਉਸ ਨੂੰ ਘੋਲੋ। ਕੈਨ ਯੂ ਸੀ ਦਾ ਸ਼ੂਗਰ ਨਾਓ। ਕੀ ਤੁਹਾਨੂੰ ਖੰਡ ਦਿਖਾਈ ਦੇ ਰਹੀ ਹੈ? ਨੋ, ਐਜ਼ ਇਟ ਹੈਜ਼ ਡਿਜ਼ੋਲਵਡ ਇਨ ਵਾਟਰ ਫੋਰਮਿੰਗ ਅ ਸੋਲਿਊਸ਼ਨ। ਸਾਨੂੰ ਖੰਡ ਇਸ ਲਈ ਦਿਖਾਈ ਨਹੀਂ ਦੇ ਰਹੀ ਕਿਉਂਕਿ ਖੰਡ ਪਾਣੀ ਵਿੱਚ ਘੁਲ ਗਈ ਅਤੇ ਉਸਨੇ ਹੁਣ ਇੱਕ ਸੋਲਿਊਸ਼ਨ ਦਾ ਰੂਪ ਲੈ ਲਿਆ। ਨਾਓ ਟੇਸਟ ਦਾ ਵਾਟਰ, ਇਟ ਇਜ਼ ਸਵੀਟ ਇਨ ਟੇਸਟ। ਹੁਣ ਜੇ ਅਸੀਂ ਪਾਣੀ ਦਾ ਟੇਸਟ ਕਰੀਏ ਤਾਂ ਸਾਨੂੰ ਮਿੱਠਾ ਟੇਸਟ ਆਵੇਗਾ। ਵੈਨ ਅ ਸਬਸਟੈਂਸ ਸੱਚ ਐਜ਼ ਸ਼ੂਗਰ ਔਰ ਸਾਲਟ ਇਜ਼ ਡਿਜ਼ੋਲਵਡ ਇਨ ਅ ਲਿਕੁਇਡ ਲਾਈਕ ਵਾਟਰ ਇਟ ਪ੍ਰੋਡਿਊਸਸ ਅ ਸੋਲਿਊਸ਼ਨ। ਜੇਕਰ ਸਾਲਟ ਜਾਂ ਸ਼ੂਗਰ ਵਰਗਾ ਲੂਣ ਜਾਂ ਖੰਡ ਨੂੰ ਜੇਕਰ ਅਸੀਂ ਪਾਣੀ ਦੇ ਵਿੱਚ ਘੋਲੀਏ ਤਾਂ ਉਹ ਇੱਕ ਸੋਲਿਊਸ਼ਨ ਬਣਾ ਦਿੰਦਾ। ਦਾ ਮਾਲੀਕਿਊਲਸ ਆਫ ਦਾ ਸੋਲਿਡ ਸਪਰੈਡ ਥਰੂ ਆਊਟ ਦਾ ਲਿਕੁਇਡ। ਅਸਲ ਵਿੱਚ ਹੁੰਦਾ ਕੀ ਹੈ ਕਿ ਜਿਹੜੇ ਸੋਲਿਡ ਦੇ ਜਿਹੜੇ ਮਾਲੀਕਿਊਲਸ ਹੈ ਨਾ ਉਹ ਲਿਕੁਇਡ ਦੇ ਵਿੱਚ ਫੈਲ ਜਾਂਦੇ ਆ, ਜਿਹਦੇ ਕਰਕੇ ਜਿਹੜਾ ਸੋਲਿਡ ਚੀਜ਼ ਹੈ ਉਹ ਸਾਨੂੰ ਬਾਅਦ ਵਿੱਚ ਦਿਖਾਈ ਨਹੀਂ ਦਿੰਦੀ ਅਤੇ ਉਹ ਲਿਕੁਇਡ ਦੇ ਵਿੱਚ ਪੂਰੀ ਤਰ੍ਹਾਂ ਫੈਲ ਜਾਂਦੀ ਹੈ। ਕੁਝ ਕੁ ਪੁਆਇੰਟਸ ਰਿਮੈਂਬਰ ਰੱਖਣੇ ਆ। ਸੋਲਿਊਟ ਕਿਹਨੂੰ ਕਹਿੰਦੇ ਆ? ਸੋਲਿਊਟ ਇਜ਼ ਦਾ ਸੋਲਿਡ ਦਾ ਡਿਜ਼ੋਲਵ ਇਨ ਅ ਲਿਕੁਇਡ। ਸੋਲਿਊਟ ਉਹ ਸਬਸਟੈਂਸ ਹੁੰਦਾ ਜਿਸ ਨੂੰ ਅਸੀਂ ਘੋਲਦੇ ਹਾਂ। ਐਂਡ ਸੋਲਵੈਂਟ ਉਹ ਹੁੰਦਾ ਜਿਹਦੇ ਵਿੱਚ ਘੋਲੀਦਾ। ਐਂਡ ਸੋਲਿਊਸ਼ਨ ਕੀ ਹੁੰਦਾ ਕਿ ਜਦੋਂ ਅਸੀਂ ਕਿਸੇ ਸੋਲਿਡ ਨੂੰ ਕਿਸੇ ਲਿਕੁਇਡ ਵਿੱਚ ਘੋਲ ਦਿੰਦੇ ਹਾਂ ਤਾਂ ਉਹ ਜਿਹੜਾ ਘੋਲ ਬਣ ਜਾਂਦਾ, ਦੈਟ ਇਜ਼ ਸੋਲਿਊਸ਼ਨ। ਸੋਲਿਊਸ਼ਨ ਇਜ਼ ਅ ਲਿਕੁਇਡ ਵਿਚ ਵੀ ਗੈਟ ਵੈਨ ਅ ਸੋਲਿਊਟ ਡਿਜ਼ੋਲਵਡ ਇਨ ਅ ਸੋਲਵੈਂਟ। ਇਟ ਇਜ਼ ਅ ਹੋਮੋਜੀਨੀਅਸ ਮਿਕਸਚਰ ਆਫ ਟੂ ਔਰ ਮੋਰ ਸਬਸਟੈਂਸਸ। ਇਸ ਤਰ੍ਹਾਂ ਦਾ ਜਿਹੜਾ ਸੋਲਿਊਸ਼ਨ ਬਣਦਾ ਉਹਨੂੰ ਬੋਲਦੇ ਆ ਹੋਮੋਜੀਨੀਅਸ ਮਿਕਸਚਰ। ਡਿਜ਼ੋਲਵਡ ਸੋਲਿਡਸ ਜਨਰਲੀ ਸੈਪਰੇਟ ਐਜ਼ ਕ੍ਰਿਸਟਲਸ ਫਰੋਮ ਸੋਲਿਊਸ਼ਨ। ਕਹਿੰਦਾ ਕਿ ਇਹ ਜੋ ਵੀ ਅਸੀਂ ਸੋਲਿਡ ਨੂੰ ਲਿਕੁਇਡ ਦੇ ਵਿੱਚ ਡਿਜ਼ੋਲਵ ਕੀਤਾ, ਕਹਿੰਦਾ ਅਸੀਂ ਇਸ ਨੂੰ ਦੁਬਾਰਾ ਤੋਂ ਸੋਲਿਡ ਦੇ ਰੂਪ ਵਿੱਚ ਪ੍ਰਾਪਤ ਕਰ ਸਕਦੇ ਹਾਂ। ਮੈਨੀ ਸੋਲਿਡਸ ਲਾਈਕ ਸ਼ੂਗਰ, ਪੋਟਾਸ਼ੀਅਮ ਪਰਮੈਂਗਨੇਟ, ਕਾਮਨ ਸਾਲਟ ਐਂਡ ਕਾਪਰ ਸਲਫੇਟ ਡਿਜ਼ੋਲਵ ਇਨ ਵਾਟਰ and form solutions on evaporation. The salt solution, the salt is left behind as crystals. ਕਹਿੰਦਾ ਕਿ ਜਿਵੇਂ ਨਾ ਲੂਣ ਨੂੰ ਜੇਕਰ ਅਸੀਂ ਪਾਣੀ ਦੇ ਵਿੱਚ ਘੋਲ ਦਈਏ ਅਤੇ ਫਿਰ ਜੇਕਰ ਅਸੀਂ ਉਹ ਲੂਣ ਵਾਲਾ ਪਾਣੀ ਜਾਂ ਖੰਡ ਵਾਲਾ ਪਾਣੀ ਆ ਜੇਕਰ ਅਸੀਂ ਉਸ ਨੂੰ ਗਰਮ ਕਰਦੇ ਹਾਂ ਅਤੇ ਜਿਹੜਾ ਪਾਣੀ ਆ ਉਹ ਇਵੈਪੋਰੇਟ ਹੋ ਕੇ ਉੱਡ ਜਾਏਗਾ, ਭਾਫ ਬਣ ਕੇ ਉੱਡ ਜਾਏਗਾ ਅਤੇ ਜਿਹੜਾ ਸੋਲਿਡ ਆ ਉਹ ਫਿਰ ਤੋਂ ਭਾਂਡੇ ਦੇ ਵਿੱਚ ਬੈਠ ਜਾਏਗਾ। This method of evaporation is used in purifying various solids and in the separation of common salt from the sea water. ਕਹਿੰਦਾ ਇਹੀ ਮੈਥਡ ਜਿਹੜਾ ਆ ਕੁਝ ਸੋਲਿਡਸ ਨੂੰ ਪਿਊਰੀਫਾਈ ਕਰਨ ਵਾਸਤੇ ਯੂਜ਼ ਕੀਤਾ ਜਾਂਦਾ ਅਤੇ ਜਿਹੜਾ ਸਮੁੰਦਰ ਤੋਂ ਕਾਮਨ ਸਾਲਟ ਜਿਹੜਾ ਲੂਣ ਬਣਾਉਂਦੇ ਆ ਨਾ ਉਹ ਅਸਲ ਵਿੱਚ ਨਾ ਸੀ ਵਾਟਰ ਤੋਂ ਬਣਦਾ। ਸੀ ਵਾਟਰ ਦੇ ਵਿੱਚ ਲੂਣ ਘੁਲੇ ਹੋਏ ਆ ਅਤੇ ਉਹ ਸੀ ਵਾਟਰ ਨੂੰ ਇਵੈਪੋਰੇਟ ਕੀਤਾ ਜਾਂਦਾ, ਉਹਦੇ ਵਿੱਚੋਂ ਪਾਣੀ ਉੱਡ ਜਾਂਦਾ ਅਤੇ ਸਾਨੂੰ ਲੂਣ ਪ੍ਰਾਪਤ ਹੋ ਜਾਂਦਾ। Gases dissolve in liquids. Water in a liquid. Water is a liquid. Water dissolve many gases in the aerated water. Soft drink
carbon dioxide dissolved in water under pressure. You can easily see the dissolved carbon dioxide escaping rapidly and creating bubbles on opening an aerated water bottle. ਹੁਣ ਅਸੀਂ ਪੜ੍ਹਿਆ ਕਿ ਜਿਹੜੇ ਸੋਲਿਡਸ ਹੈ ਉਹਨਾਂ ਨੂੰ ਜੇਕਰ ਲਿਕੁਇਡ ਵਿੱਚ ਘੋਲਿਆ ਜਾਏ ਤੇ ਉਹ ਘੁਲ ਜਾਂਦਾ ਆ, ਤੇ ਕੀ ਗੈਸਸ ਵੀ ਲਿਕੁਇਡ ਵਿੱਚ ਘੁਲਦੀਆਂ ਆ? ਤੇ ਇਹਦਾ ਆਨਸਰ ਹੈਗਾ ਹਾਂ, ਗੈਸਸ ਨੂੰ ਵੀ ਅਸੀਂ ਪਾਣੀ ਦੇ ਵਿੱਚ ਘੋਲ ਸਕਦੇ ਹਾਂ। ਜਿਵੇਂ ਅਸੀਂ ਸੌਫਟ ਡਰਿੰਕਸ ਪੀਂਦੇ ਹਾਂ, ਠੰਡੇ ਦੀ ਬੋਟਲ ਦੇ ਵਿੱਚ ਜਦੋਂ ਅਸੀਂ ਢੱਕਣ ਨੂੰ ਖੋਲ੍ਹਦੇ ਹਾਂ ਤੇ ਉਹਦੇ ਵਿੱਚੋਂ ਬਬਲਸ ਨਿਕਲਦੇ ਆ ਤੇ ਨਾਲੇ ਉਹਦੇ ਵਿੱਚੋਂ ਆਵਾਜ਼ ਆਉਂਦੀ ਆ। ਉਹ ਅਸਲ ਵਿੱਚ ਕਾਰਬਨ ਡਾਈਆਕਸਾਈਡ ਗੈਸ ਉਹਦੇ ਵਿੱਚ ਘੁਲੀ ਹੁੰਦੀ, ਇਸ ਕਰਕੇ ਆਵਾਜ਼ ਆਉਂਦੀ ਹੈ। ਇਸੇ ਤਰ੍ਹਾਂ ਹੀ ਜਿਹੜੇ ਸੀ ਐਨੀਮਲਸ ਹੈ, ਪਾਣੀ ਦੇ ਵਿੱਚ ਰਹਿਣ ਵਾਲੀਆਂ ਫਿਸ਼ਜ਼ ਵਗੈਰਾ, ਹੋਰ ਇਸ ਤਰ੍ਹਾਂ ਦੇ ਜਿਹੜੇ ਵਾਟਰ ਐਨੀਮਲਸ ਹੈ, ਉਹ ਕੀ ਕਰਦੇ ਆ ਕਿ ਪਾਣੀ ਦੇ ਵਿੱਚ ਘੁਲੀ ਹੋਈ ਆਕਸੀਜਨ ਨੂੰ ਲੈਂਦੇ ਆ। ਫਿਸ਼ ਬਰੀਥ ਦਾ ਆਕਸੀਜਨ ਡਿਜ਼ੋਲਵਡ ਇਨ ਵਾਟਰ। ਇਫ ਦ ਫਿਸ਼ ਇਜ਼ ਟੇਕਨ ਆਊਟ ਆਫ ਵਾਟਰ ਇਟ ਡਾਈਜ਼। This is because it can only use the oxygen which is dissolved in water. It cannot utilize the atmospheric oxygen. ਕਹਿੰਦੇ ਕਿ ਜਿਹੜੀ ਫਿਸ਼ ਹੈ ਨਾ, ਉਹ ਪਾਣੀ ਦੇ ਵਿੱਚ ਘੁਲੀ ਹੋਈ ਆਕਸੀਜਨ ਨੂੰ ਹੀ ਪ੍ਰਾਪਤ ਕਰਦੀ ਹੈ। ਜੇਕਰ ਉਸ ਨੂੰ ਪਾਣੀ ਤੋਂ ਬਾਹਰ ਕੱਢ ਦਿੱਤਾ ਜਾਵੇ ਤੇ ਉਹ ਮਰ ਜਾਂਦੀ ਹੈ, ਇਸ ਕਰਕੇ ਕਿਉਂਕਿ ਉਹ ਪਾਣੀ ਵਿੱਚ ਘੁਲੀ ਹੋਈ ਆਕਸੀਜਨ ਲੈਣ ਲਈ ਹੀ ਉਹਦੀ ਬਾਡੀ ਤਿਆਰ ਹੁੰਦੀ ਹੈ। ਜੇਕਰ ਉਸ ਨੂੰ ਡਾਇਰੈਕਟਲੀ ਆਕਸੀਜਨ ਦਿੱਤੀ ਜਾਵੇ ਤੇ ਉਹ ਸਾਹ ਲੈਣ ਦੇ ਯੋਗ ਨਹੀਂ ਹੁੰਦੀ, ਇਸ ਕਰਕੇ ਫਿਸ਼ ਨੂੰ ਜਦੋਂ ਪਾਣੀ ਚੋਂ ਬਾਹਰ ਕੱਢਦੇ ਹਾਂ ਤੇ ਉਹ ਮਰ ਜਾਂਦੀ ਹੈ। ਅਗਲਾ ਟੌਪਿਕ ਹੈਗਾ ਫਿਜ਼ੀਕਲ ਐਂਡ ਕੈਮੀਕਲ ਚੇਂਜਸ। ਮੈਟਰ ਇਜ਼ ਕਨਸਟੈਂਟਲੀ ਚੇਂਜਿੰਗ। ਦੀਜ਼ ਚੇਂਜਸ ਆਰ ਆਫ ਟੂ ਟਾਈਪਸ, ਫਿਜ਼ੀਕਲ ਚੇਂਜਸ ਐਂਡ ਕੈਮੀਕਲ ਚੇਂਜਸ। ਇੱਕ ਐਕਟੀਵਿਟੀ ਕਰਕੇ ਦੇਖਦੇ ਹਾਂ ਕਿ ਪੁੱਟ ਸਮ ਵਾਟਰ ਇਨ ਦਾ ਫਰੀਜ਼ਰ ਔਰ ਰੈਫਰੀਜਰੇਟ, ਇਟ ਚੇਂਜਸ ਇਨਟੂ ਆਈਸ। ਕੀਪ ਦਾ ਵਾਟਰ ਇਨ ਅ ਟਰੇ ਸਮਟਾਈਮਸ, ਇਟ ਵਿਲ ਮੈਲਟ ਐਂਡ ਚੇਂਜ ਇਨਟੂ ਵਾਟਰ। When you boil water, you get water vapor. When you cool water vapor, you get water once again. ਇਹਦੇ ਵਿੱਚ ਕੀ ਹੈ ਕਿ ਕਹਿੰਦਾ ਕਿ ਜੇਕਰ ਪਾਣੀ ਨੂੰ ਅਸੀਂ ਫਰਿੱਜ ਦੇ ਵਿੱਚ ਰੱਖੀਏ ਤੇ ਉਹ ਬਰਫ਼ ਬਣ ਜਾਂਦੀ ਹੈ, ਤੇ ਜੇਕਰ ਉਹੀ ਬਰਫ਼ ਨੂੰ ਅਸੀਂ ਬਾਹਰ ਕੱਢ ਕੇ ਰੱਖ ਦਈਏ ਕੁਝ ਦੇਰ ਲਈ ਤੇ ਉਹ ਫਿਰ ਤੋਂ ਪਾਣੀ ਬਣ ਜਾਂਦੀ। ਤੇ ਜੇਕਰ ਉਸੇ ਪਾਣੀ ਨੂੰ ਅਸੀਂ ਹੀਟ ਕਰੀਏ, ਗਰਮ ਕਰੀਏ, ਤੇ ਉਹ ਭਾਫ਼ ਬਣਦਾ, ਉਹ ਜਿਹੜੀ ਸਟੀਮ ਬਾਹਰ ਨੂੰ ਨਿਕਲਦੀ। ਤੇ ਜੇ ਉਹੀ ਸਟੀਮ ਨੂੰ ਅਸੀਂ ਫਿਰ ਤੋਂ ਠੰਡਾ ਕਰ ਦਈਏ ਤੇ ਉਹ ਫਿਰ ਤੋਂ ਪਾਣੀ ਬਣ ਜਾਂਦਾ। ਵੀ ਨੋ ਦਾ ਵਾਟਰ ਇਜ਼ ਅ ਮੈਟਰ, ਇਟ ਅੰਡਰਗੋਜ਼ ਚੇਂਜ ਫਰੋਮ ਵਨ ਫੋਰਮ ਟੂ ਅਨਦਰ ਫੋਰਮ। ਕਹਿੰਦਾ ਕਿ ਜਿਹੜਾ ਵਾਟਰ ਹੈ ਉਹ ਇੱਕ ਫੋਰਮ ਤੋਂ ਦੂਸਰੀ ਫੋਰਮ ਵਿੱਚ ਚੇਂਜ ਹੁੰਦਾ ਰਹਿੰਦਾ। ਸਭ ਤੋਂ ਪਹਿਲੇ ਆਈਸ ਦੇ ਰੂਪ ਵਿੱਚ ਉਹ ਸੋਲਿਡ ਹੁੰਦਾ, ਤੇ ਵਾਟਰ ਦੇ ਰੂਪ ਵਿੱਚ ਉਹ ਲਿਕੁਇਡ ਹੁੰਦਾ, ਤੇ ਜਦੋਂ ਉਹਦੀ ਅਸੀਂ ਸਟੀਮ ਬਣਾ ਦਿੰਦੇ ਤੇ ਉਹ ਗੈਸੀਅਸ ਸਟੇਟ ਦੇ ਵਿੱਚ ਹੁੰਦਾ। ਇਸ ਤਰ੍ਹਾਂ ਜਿਵੇਂ ਵਾਟਰ ਇੱਕ ਸਟੇਟ ਤੋਂ ਦੂਸਰੀ ਸਟੇਟ ਵਿੱਚ ਚੇਂਜ ਹੋਈ ਜਾਂਦਾ, ਇਸ ਨੂੰ ਬੋਲਦੇ ਆ ਫਿਜ਼ੀਕਲ ਚੇਂਜ, ਕਿਉਂਕਿ ਇਹ ਵਾਲੀ ਚੇਂਜ ਜਿਹੜੀ ਉਹ ਟੈਂਪਰੇਰੀ ਹੁੰਦੀ ਹੈ। ਵੈਨ ਅ ਸਬਸਟੈਂਸ ਅੰਡਰਗੋਜ਼ ਅ ਚੇਂਜ ਵਿਦਾਊਟ ਫਾਰਮਿੰਗ ਨਿਊ ਸਬਸਟੈਂਸ, ਇਟ ਇਜ਼ ਕਾਲਡ ਫਿਜ਼ੀਕਲ ਚੇਂਜ। ਫਿਜ਼ੀਕਲ ਚੇਂਜ ਦੀਆਂ ਦੋ ਨਿਸ਼ਾਨੀਆਂ ਆ ਕਿ ਉਹ ਇੱਕ ਸਟੇਟ ਤੋਂ ਦੂਸਰੀ ਸਟੇਟ ਵਿੱਚ ਚੇਂਜ ਹੁੰਦੇ ਹੋਏ ਜਿਹੜਾ ਮੈਟਰ ਹੈ ਉਹ ਚੇਂਜ ਨਹੀਂ ਹੁੰਦਾ। ਦੂਸਰੀ ਗੱਲ ਇਹ ਹੈਗੀ ਕਿ ਇਹਦੇ ਵਿੱਚ ਨਿਊ ਸਬਸਟੈਂਸ ਨਹੀਂ ਬਣਦਾ, ਫਿਰ ਤੋਂ ਉਹੀ ਸਬਸਟੈਂਸ ਬਣ ਜਾਂਦਾ। ਇਹਦੀਆਂ ਦੋ ਤਿੰਨ ਐਗਜ਼ਾਮਪਲਸ ਹੋਰ ਹੈਗੀਆਂ, ਮੈਲਟਿੰਗ ਆਫ ਕੈਂਡਲ, lightning of an electric bulb, etc. And what is chemical change? When a substance undergoes a change forming a new substance, it is called a chemical change. ਕਹਿੰਦੇ ਕਿ ਜਦੋਂ ਇੱਕ ਨਿਊ ਸਬਸਟੈਂਸ ਬਣੇ ਉਦੋਂ ਇਹਨੂੰ ਬੋਲਦੇ ਆ ਕੈਮੀਕਲ ਚੇਂਜ। ਫਾਰ ਐਗਜ਼ਾਮਪਲ ਵੁੱਡ ਐਂਡ ਪੇਪਰ ਬਰਨ ਟੂ ਗਿਵ ਐਸ਼। ਜੇਕਰ ਅਸੀਂ ਲੱਕੜ ਜਾਂ ਕਾਗਜ਼ ਨੂੰ ਜਲਾਈਏ ਤੇ ਉਹ ਸਵਾਹ ਬਣ ਜਾਂਦੀ, ਉਸ ਸਵਾਹ ਤੋਂ ਮੁੜ ਕੇ ਵੁੱਡ ਜਾਂ ਕਾਗਜ਼ ਨਹੀਂ ਬਣਾਇਆ ਜਾ ਸਕਦਾ। ਵੈਨ ਵੀ ਫਿਕਸ ਫਲੋਰ ਵਾਟਰ ਐਂਡ ਸਾਲਟ ਵੀ ਗੈਟ ਡੋ, ਫੋਰਮੇਸ਼ਨ ਆਫ ਕਰਡ ਫਰੋਮ ਮਿਲਕ, ਮਿਲਕ ਤੋਂ ਦਹੀਂ ਦਾ ਬਣਨਾ, ਬਰਨਿੰਗ ਆਫ ਅ ਕੈਂਡਲ, ਮੋਮਬੱਤੀ ਦਾ ਜਲਣਾ, ਐਟਸਟਰਾ ਆਰ ਐਗਜ਼ਾਮਪਲਸ ਆਫ ਕੈਮੀਕਲ ਚੇਂਜ। ਕੈਮੀਕਲ ਚੇਂਜ ਉਹ ਹੁੰਦੀ ਹੈ ਜਿਹਦੇ ਵਿੱਚ ਇੱਕ ਵਾਰ ਸਬਸਟੈਂਸ ਜਿਹੜਾ ਉਹ ਚੇਂਜ ਹੋ ਕੇ ਨਵਾਂ ਸਬਸਟੈਂਸ ਬਣ ਜਾਵੇ, ਦੁਬਾਰਾ ਤੋਂ ਉਹ ਨਾ ਬਣ ਸਕੇ, ਦੈਟ ਇਜ਼ ਅ ਕੈਮੀਕਲ ਚੇਂਜ।